चार बंदे ने तुहाडे नाल, सिर्फ तुहाडे धर्म दे, तुसीं बाकी धर्मां नूं नाल लेके क्यों नहीं चलदे? ਅਸੀਂ ਇਕੱਲੇ मैं दिखाई जा कपड़े जे पाग लीले पीले काले जे भी मैं ये बन गया। भाई का हुक्म मन के ਅੱਜ ਤੋਂ ਬਾਅਦ ਜਿਹੜੇ ਕੱਪੜੇ ਉਹਨਾਂ ਨੂੰ ਨਹੀਂ ਪਸੰਦ ਉਹ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਬਾਬਾ ਸਾਹਿਬ ਨੂੰ ਇਨਸਾਫ ਮਿਲ ਪਾਏਗਾ? ਹੁਣ ਵੀ ਕੈਮਰੇ ਲੱਗੇ ਸੀਗੇ, ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ। ਉਹ ਜਦ 11 ਮਿੰਟ ਕਮੇਟੀ ਨੂੰ ਪੁੱਛੋ ਬੰਦਾ ਕੌਣ ਦਾ, ਤੁਹਾਨੂੰ ਨਾਮ ਪਤਾ ਲੱਗ ਜਾਏਗਾ। ਉਸ ਮਾਂ ਕੇ ਪੁੱਤ ਨੇ 5000 ਨਹੀਂ ਦਿਆ ਸਮਾਜ ਦੇ ਵਿੱਚ। 50,000 ਦਾ ਇਹਨਾਂ ਨੇ ਇਨਾਮ ਦੇ ਬੋਰਡ ਲਾਤੇ ਆ, ਲੇਕਿਨ ਉਹ ਜਿਹੜਾ 15,000 18,000 ਮੂਰਤੀ ਵਾਲਾ ਵਕੇ ਉਹ ਨਹੀਂ ਹਜੇ ਦਿੱਤਾ ਗਿਆ। ਅਸੀਂ ਅੱਜ ਮੌਜੂਦ ਹਾਂ ਡਾਕਟਰ ਵਾਲਮੀਕੀ ਨੌਜਵਾਨ ਸਭਾ ਹੰਸਰਾਜ ਜੀ ਦੇ ਆਫਿਸ ਦੇ ਵਿੱਚ। ਅਸੀਂ ਕੁਝ ਚੈਨਲਾਂ ਵੱਲੋਂ ਜਿਵੇਂ ਕਿ ਸਮਾਜ ਨੂੰ ਲੈ ਕੇ ਗੱਲਾਂ ਬਾਤਾਂ ਸਾਹਮਣੇ ਆਈਆਂ, ਅਸੀਂ ਇਹਨਾਂ ਤੋਂ ਪੁੱਛਣ ਆਏ ਹਾਂ ਕਿ ਉਹ ਇਹਨਾਂ ਦੇ ਨਾਲ ਇਕੱਲਾ ਸਮਾਜ ਚੱਲ ਰਿਹਾ, ਜਿਵੇਂ ਕਿ ਦੂਜੀਆਂ ਜਥੇਬੰਦੀਆਂ ਅਲੱਗ-ਅਲੱਗ ਬਣ ਚੁੱਕੀਆਂ, ਇਹਨਾਂ ਦੀਆਂ 4 ਜਥੇਬੰਦੀਆਂ, ਕਿ ਅਲੱਗ-ਅਲੱਗ ਜਥੇਬੰਦੀਆਂ ਇਹਨਾਂ ਦੀਆਂ ਕਿਆ ਇਨਸਾਫ ਬਾਬਾ ਸਾਹਿਬ ਨੂੰ ਦਿਲਾ ਸਕਣਗੀਆਂ ਜਾਂ ਇਹਨਾਂ ਨੂੰ ਇੱਕ ਹੋਣਾ ਪਵੇਗਾ। ਹੰਸਰਾਜ ਜੀ, ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ। ਨਮਸਕਾਰ ਜੀ, ਮੈਂ ਹੰਸਰਾਜ ਪ੍ਰਧਾਨ ਡਾਕਟਰ ਅੰਬੇਦਕਰ ਵਾਲਮੀਕੀ ਨੌਜਵਾਨ ਸਭਾ ਰਜਿਸਟਰ 77। ਮੈਂ ਜਿਹੜੀ ਨੁਮਾਇੰਦਗੀ ਕਰ ਰਿਹਾ ਹੈਗਾ ਉਹ ਆਪਣੇ ਸਮਾਜ ਦੀ ਤਾਂ ਕਰੇ ਰਿਹਾ। ਸ਼ਹਿਰ ਦੇ ਵੱਖ-ਵੱਖ ਕੋਈ ਵੀ ਗਰੀਬ ਦਬਕੇ ਦਾ ਕੋਈ ਵੀ ਆ ਜੇ ਬੰਦਾ ਸਾਡੇ ਨਾਲ, ਅਸੀਂ ਕਦੇ ਵੀ ਮਤਲਬ ਕਿ ਇਹ ਵਿਤਕਰਾ ਨਹੀਂ ਕਰਿਆ ਵੀ ਮੈਂ ਆਪਣੇ ਵਾਲਮੀਕੀ ਸਮਾਜ ਦਾ ਹੀ ਹਾਂ। ਮੇਰੇ ਪਾਸ ਝੌਪੜੀ ਝੁੱਪੜੀ ਵਾਲੇ, ਜਿਵੇਂ ਕਿ ਰਿਕਸ਼ਾ ਰੇਹੜੀ ਵਾਲੇ, ਫੜੀਆਂ ਵਾਲੇ, ਗੁਜਰਾਤੀ, ਇਹ ਸਾਰੇ ਤਕਰੀਬਨ ਮੇਰੇ ਕੋਲ ਆਉਂਦੇ ਹੀ ਆ। ਸਾਰੇ ਕੰਮ ਲੈ ਕੇ ਆਉਂਦੇ ਆ, ਆਪਣੇ ਪਰਿਵਾਰ ਦਾ ਕੰਮ ਲੈ ਕੇ ਆਉਂਦੇ ਆ। ਕਿਤੇ ਉਹਨਾਂ ਦੇ ਨਾਲ ਧੱਕਾ ਹੁੰਦਾ ਮੈਂ ਉਹਨਾਂ ਦੇ ਨਾਲ ਉੱਥੇ ਵੀ ਖੜਦਾ, ਜਿੱਥੇ ਸਮਾਜ ਦੀ ਗੱਲ ਆਉਂਦੀ ਮੈਂ ਉੱਥੇ ਸਮਾਜ ਦੇ ਨਾਲ ਵੀ ਖੜਦਾ ਹਾਂ ਜੀ। ਇੱਕ ਨਿੱਜੀ ਚੈਨਲ ਵੱਲੋਂ ਵਾਇਰਲ ਹੋਈ ਸੀ ਵੀਡੀਓ ਕਿ ਤੁਸੀਂ ਭੱਦੀ ਸ਼ਬਦਾਵਲੀ ਬੋਲੀ ਗਈ ਕਿਸੇ ਬੰਦੇ ਵੱਲੋਂ ਤੇ ਉਹਨਾਂ 'ਤੇ ਇੱਕ ਪਰਚਾ ਕਰਵਾਇਆ ਸੀ, ਲੇਕਿਨ ਉਸਨੇ ਆਪਣਾ ਪ੍ਰੂਫ ਪੇਸ਼ ਕੀਤਾ ਕਿ ਤੁਹਾਡੇ ਵੱਲੋਂ ਸਾਈਨ ਕਰਕੇ ਉਹ ਪੁਲਿਸ ਨੂੰ ਦਿੱਤੀ ਗਈ ਸੀ ਤੇ ਪਲੱਸ ਕੁਝ ਤੁਹਾਡੇ ਹੀ ਲੀਡਰ ਉਹਦੇ ਵਿੱਚ ਮੁੱਕਰ ਗਏ ਸੀ ਕਿ ਅਸੀਂ ਸਾਈਨ ਨਹੀਂ ਕੀਤੇ ਪਰ ਸਾਈਨ ਕਰੇ ਗਏ ਸੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਬਾਤ ਇਹ ਹੈ ਵੀ ਅਸੀਂ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਡਾਕਟਰ ਅੰਬੇਦਕਰ ਵਾਲਮੀਕੀ ਸਭਾ ਦਾ ਪ੍ਰਧਾਨ ਵੀ ਹਾਂ। ਉਹਦੇ ਨਾਲ ਜਿਹੜੀ ਗੱਲ ਤੁਸੀਂ ਪੁੱਛੀ ਆ ਵੀ ਉਹ ਪਰਚਾ ਦਰਜ ਹੋਇਆ ਜਾਂ ਕੁਛ ਕਰਿਆ, ਮੈਂ ਉਰੇ ਸਫਾਈ ਸੇਵਕ ਯੂਨੀਅਨ ਪੰਜਾਬ ਦਾ ਪ੍ਰਧਾਨ ਵੀ ਹਾਂ ਮੈਂ ਉਰੇ ਰਾਜਪੁਰੇ ਦੇ ਵਿੱਚ। ਕਿਉਂਕਿ ਜਿਹੜੇ ਉਹਨਾਂ ਨੇ ਗੱਲ ਕਰੀ ਹੈ ਵੀ ਉਹ ਸਾਈਨ ਕਰੇ ਗਏ ਆ ਵੀ ਕਿ ਉਹ ਉਹਨਾਂ ਦੀ ਇੱਕ ਮੈਸੇਜ ਉਰੇ ਸਾਡੇ ਰੈਵਨਿਊ ਦੇ ਵਿੱਚ ਲੱਗੀ ਗਈ ਸੀਗੀ, ਜੋ ਕਿ ਸਾਡੇ ਕੋਈ ਸੁਪਰਡੈਂਟ ਨੂੰ ਕੁਛ ਬੋਲਿਆ। ਸਾਡੇ ਸੁਪਰਡੈਂਟ ਨੇ ਸਾਨੂੰ ਬੁਲਾਇਆ ਗਿਆ ਵੀ ਹੰਸਰਾਜ ਜੀ ਇਸ ਤਰ੍ਹਾਂ ਜਿਹੜਾ ਪੱਤਰਕਾਰ ਹੈ ਉਹ ਬੋਲ ਕੇ ਗਿਆ, ਇਸ ਤਰ੍ਹਾਂ ਜੋ ਵੀ ਬੋਲਿਆ ਚੰਗਾ ਜਾਂ ਮਾੜਾ ਉਹਨੇ ਸਾਨੂੰ ਦੱਸਿਆ। ਮੈਂ ਜੇ ਐਸੀ ਬਾਤ ਹੈ ਤੁਸੀਂ ਰਿਪੋਰਟ ਲਿਖਾਓ। ਉਹਨੇ ਫਿਰ ਇੱਕ ਦਰਖਾਸਤ ਟੈਪ ਕਰਕੇ ਸਾਈਨ ਕਰੇ ਅਸੀਂ ਸਾਰਿਆਂ ਨੇ, ਅਸੀਂ 4-5 ਬੰਦਿਆਂ ਨੇ ਸਾਈਨ ਜਿਹੜੇ ਮੌਜੂਦ ਬੰਦੇ ਤੇ ਉਹਨੇ ਸਾਈਨ ਕਰਕੇ ਤੇ ਉਹਨਾਂ ਨੇ ਫਿਰ ਪੱਤਰਕਾਰ ਭੇਜੇ ਸਾਡੇ ਪਾ ਵੀ ਸਾਡੇ ਤੋਂ ਜੇ ਗਲਤੀ ਹੋਈ ਅਸੀਂ ਮਾਫੀ ਮੰਗਣ ਵਾਸਤੇ ਤਿਆਰ ਹਾਂ। ਮੈਂ ਕਿਹਾ ਯਾਰ ਕੋਈ ਗੱਲ ਨਹੀਂ, ਮਾਫੀ ਤੇ ਅਸੀਂ ਮੇਰੇ ਕੋਲ ਧਵਨ ਜੀ ਆਏ ਸੀਗੇ, ਆਪਣਾ ਇੱਕ ਕਲਮ ਸ਼ਾਸਤਰੀ ਜੀ ਦਾ ਪ੍ਰਧਾਨ ਜੀ ਆ ਜਿਹੜੇ ਸਾਡੇ ਚੇਅਰਮੈਨ, ਉਹ ਵੀ ਆਏ ਸੀਗੇ ਮੇਰੇ ਕੋਲ। ਮੈਂ ਕਿਹਾ ਚਲੋ ਬੱਚਾ ਹੀ ਆਪਣਾ, ਚਲੋ ਛੋਟਾ ਭਰਾ ਆ, ਕੋਈ ਗੱਲ ਨਹੀਂ ਜੇ ਐਸੀ ਬਾਤ ਆ। ਬਾਕੀ ਜਿਹੜੀ ਪੁਲਿਸ ਵਾਲੀ ਰਹੀ ਬਾਤ ਕਿਆ ਗੇਮ ਚੱਲੀ ਸਾਨੂੰ ਤਾਂ ਆਪਣੇ ਸੁਪਰਡੈਂਟ ਗੈਲ ਖੜੇ ਆ, ਸਾਡੇ ਨਗਰ ਕੌਂਸਲ ਦੇ ਸੁਪਰਡੈਂਟ ਆ, ਸਾਡੀ ਉਹ ਇੱਕ ਮਾਂ ਆ, ਅਸੀਂ ਉਹਨਾਂ ਦੇ ਨਾਲ ਆ। ਜੇ ਉਹਨਾਂ ਨੂੰ ਕੋਈ ਸ਼ਬਦ ਲਈ ਬੋਲਿਆ ਜਾਂ ਕੋਈ ਧਮਕੀ ਦਈ ਆ ਜਾਂ ਕੋਈ ਦਫ਼ਤਰ ਬਾਰੇ ਕੋਈ ਮਾੜਾ ਚੰਗਾ ਲਫ਼ਜ਼ ਬੋਲਿਆ ਤਾਂ ਅਸੀਂ ਉਹਨਾਂ ਦੇ ਨਾਲ ਖੜਾਂਗੇ। ਜਿਵੇਂ ਸੁੱਖੀ ਜੀ ਨੇ ਉਹ ਕਹਿੰਦੇ ਮੈਂ ਬਾਬਾ ਅੰਬੇਦਕਰ ਸਾਹਿਬ ਜੀ ਦੀ ਇਹ ਲੜਾਈ ਬੜੀ ਦੇਰ ਤੋਂ ਲੜਦਾ ਆ ਰਿਹਾ ਕਿ ਮੇਰੇ ਨਾਲ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਹਰ ਧਰਮ ਦੇ ਲੋਕ ਨੇ, ਕਿ ਤੁਹਾਡੇ ਨਾਲ ਸਿਰਫ ਓਨਲੀ ਤੁਹਾਡੇ 4 ਬੰਦੇ ਨੇ ਤੁਹਾਡੇ ਨਾਲ, ਸਿਰਫ ਤੁਹਾਡੇ ਧਰਮ ਦੇ, ਤੁਸੀਂ ਬਾਕੀ ਧਰਮਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਦੇ? ਨਹੀਂ ਦੇਖੋ, ਬਾਤ ਇਹ ਹੈ ਵੀ ਕਹਿਣੇ ਤੋਂ ਸਭ ਕੁਝ ਕਰੀ ਜਾਏ, ਉਹ ਕਹਿੰਦੇ ਦੇਵੇ ਥਲਾ ਹਨੇਰਾ। ਅਸੀਂ ਤਾਂ ਪ੍ਰਮਾਤਮਾ ਦੀ ਕਿਰਪਾ ਸਾਡੇ ਕੋਲ, ਅਗਰ ਜੇ ਅਸੀਂ ਸਮਾਜ ਦੇ ਨਾਲ ਨਾ ਚੱਲਦੇ ਹੁੰਦੇ ਔਰ ਹੋਰ ਜਾਤਾਂ ਦੇ ਨਾਲ, ਮੇਰੇ ਕੋਲ ਆਪਣਾ ਮੁਸਲਿਮ ਭਾਈਚਾਰਾ ਵੀ ਹੈਗਾ ਆ, ਕ੍ਰਿਸਚਨ ਭਾਈਚਾਰਾ ਮੇਰੇ ਨਾਲ ਵੀ ਚੱਲਦਾ, ਜਿਹਨਾਂ ਨੂੰ ਆਪਾਂ ਬਿਹਾਰੀ ਕਹਿ ਦਿੰਦੇ ਆ, ਬਿਹਾਰ ਤੋਂ ਆਏ ਉਹ ਵੀ ਮੇਰੇ ਨਾਲ ਚੱਲਦੇ ਆ, ਥੜੀ ਫੜੀ ਵਾਲੇ ਚੱਲਦੇ ਮੇਰੇ ਨਾਲ ਚੱਲਦੇ ਆ ਵਿਚਾਰੇ। ਐਸਾ ਤਾਂ ਕੁਛ ਹੀ ਐਸੀ ਨਹੀਂ। ਔਰ ਮੈਂ ਤੁਹਾਨੂੰ ਦੱਸਾਂ ਆਪਾਂ ਨੇ ਕਿਸੇ ਦੀ ਵਿਰੋਧਤਾ ਨਹੀਂ ਕਰਨੀ। ਅਸੀਂ ਤਾਂ ਇਹ ਕਹਿਣਾ ਚਾਹ ਰਹੇ ਹਾਂ, ਜਦੋਂ ਮੈਂ ਉੱਥੇ ਜਾਮ ਲਗਾਇਆ ਜਾਂ ਜਦੋਂ ਆਪਾਂ ਨੇ ਕੋਈ ਮੰਗ ਰੱਖੀ ਆ ਤਾਂ ਮੇਰੇ ਗੱਲ ਹਰ ਸਮਾਜ ਦਾ ਬੰਦਾ ਮੇਰੇ ਨਾਮ ਤੇ ਆ ਜਾਵੇ। ਅੱਜ ਹੰਸਰਾਜ ਨੇ ਫੰਕਸ਼ਨ ਰੱਖਿਆ, ਮੇਰੇ ਕੋਲ ਬਾਹਰੀ ਮਹਾਰਾਜ ਦੀ ਕਿਰਪਾ ਇੰਨੀ ਆ, ਡਾਕਟਰ ਬਾਬਾ ਸਾਹਿਬ ਦੀ ਇੰਨੀ ਕਿਰਪਾ ਕਿ ਮੈਨੂੰ ਇੱਕ ਵਾਰੀ ਸੁਨੇਹਾ ਪਹੁੰਚਾਉਣ ਦੀ ਲੋੜ ਆ। ਜਦੋਂ ਇੱਕਦਮ ਹਵਾ ਫੈਲ ਜਾਂਦੀ ਆ ਵੀ ਅੱਜ ਉੱਥੇ ਜਾਮ ਲਗਾਉਣਾ, ਹੰਸਰਾਜ ਨੇ ਉੱਥੇ ਬੁਲਾਇਆ। ਇਹ ਸਾਨੂੰ ਨਹੀਂ ਵੀ ਅਸੀਂ ਇਕੱਲੇ ਮੈਂ ਦਿਖਾਈ ਜਾ ਕੱਪੜੇ ਜੇ ਪਾਗ ਲੀਲੇ ਪੀਲੇ ਕਾਲੇ ਜੇ ਵੀ ਮੈਂ ਇਹ ਬਣ ਗਿਆ ਉਹ ਬਣ ਗਿਆ, ਐਸਾ ਕੁਝ ਨਹੀਂ ਹੁੰਦਾ। ਜਦੋਂ ਹੱਥ ਹੀ ਚੱਲਦਾ ਨਾ ਤਾਂ ਗਾਉਂ ਦੇ ਵਿੱਚ ਮੈਨੂੰ ਜਾਂ ਸ਼ਹਿਰ ਮੈਨੂੰ ਕੁੱਤਿਆਂ ਨੂੰ ਆਦਤ ਹੁੰਦੀ ਭੌਂਕਣੇ ਦੀ। ਸਾਨੂੰ ਉਹਨਾਂ 'ਤੇ ਕੋਈ ਉਹ ਨਹੀਂ ਹੁੰਦਾ।
ਵੀ ਉਹ ਕਿਉਂ ਭੌਂਕ ਰਹੇ ਆ। ਜਿਹੜਾ ਕੋਈ ਸਾਡੇ ਬਾਰੇ ਭੌਂਕੇਗਾ ਬੇਮਤਲਬ ਭੌਂਕੀ ਜਾਏ, ਸਾਨੂੰ ਕਿਸੇ ਦਾ ਡਰ ਖੌਫ ਨਹੀਂ ਹੈਗਾ। ਨਹੀਂ, ਤੁਹਾਡੀਆਂ ਲਗਭਗ ਤਕਰੀਬਨ ਤੁਹਾਡੇ ਸਮਾਜ ਦੀਆਂ 4 ਜਥੇਬੰਦੀਆਂ ਨੇ ਅਲੱਗ-ਅਲੱਗ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਲੈ ਕੇ, ਪਰ ਕਿਆ ਚਾਰੇ ਅਲੱਗ-ਅਲੱਗ ਜਥੇਬੰਦੀਆਂ ਬਾਬਾ ਸਾਹਿਬ ਨੂੰ 2 ਸਾਲ ਤੋਂ ਇਨਸਾਫ ਨਹੀਂ ਦਵਾ ਪਾਈਆਂ? ਕਿਆ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਬਾਬਾ ਸਾਹਿਬ ਨੂੰ ਇਨਸਾਫ ਮਿਲ ਪਾਏਗਾ? ਦੇਖੋ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਸਵਾਲ ਪੁੱਛਿਆ ਵੀ ਜਦੋਂ ਹਾਥੀ ਚੱਲਦਾ ਵੀ ਕੁੱਤੇ ਭੌਂਕਦੇ ਆ, ਉਹ ਮੈਂ ਇਸ ਕਰਕੇ ਕਹਿ ਰਿਹਾ ਵੀ ਜਿਹੜਾ ਮੇਰੇ ਨਾਮ ਲੈ ਕੇ ਮੇਰੇ ਬਾਰੇ ਚੱਕੇਗਾ ਤਾਂ ਮੇਰੇ ਸਮਝੋ ਆਪਾਂ ਦਾ ਉਹ ਸਾਹਮਣੇ ਆ ਕੇ ਮੇਰੇ ਨਾਲ ਟੱਕਰ ਲੈ ਕੇ ਗੱਲ ਕਰੇ ਵੀ ਮੈਂ ਆ। ਰਹੀ ਬਾਤ ਬਾਬਾ ਸਾਹਿਬ ਕੀ ਉਸकी ਅਸੀਂ टाइम टू टाइम असी सारी मंग रखी आ। देखो, मैं किरपा वारी महाराज की ऐसी है बाबा साहब की, मेरे पास जथेबंदी सफाई सेवक यूनियन पंजाब की भी हैगी, मैनू काम काफ़ी ज़्यादा आ। एक बंदे ने एक काम करना, असी किरपा इन्नी आ कि असी होर काम भी बहुत करने। हुण मैं पंजाब में मीटिंगां भी करदा आ। हुण फिर असी सफाई सेवक 5 रखे गए सीगे। हुण शहर के सफाई सेवक 105 बंदा रखा गया सी, असी उसकी भी मंग रखी आ। हुण असी डायरैक्टर साहब दे अज कल लैटर भी आया साडे कोल, मैं इसकी भी नुमाइंदगी करनी आ। जे मैं एक दिन में 2 पंगे पावांगा समाज में, मैं एक जगह खड़ सकदा, मेरी 2 लत्तां आ, सारे पासे नहीं मैं पंगा पा सकता। जदों मैं बाबा साहब की बात आई है, सानू पता सी, ये परमात्मा नूं पता, ये शहरां नूं पता या अफसरशाही नूं पता भी कौन बंदा टक्कर लेके खड़ा सीगा ईमानदारी नाल, कौन करे सीगा। असीं डुप्लीकेट गल नहीं करते भी मेरा नाम ज़्यादा होवे, नहीं। जदों असीं स्टार्टिंग च लाई सीगी उरे, जद भी सानू पता, मेरे नाल काफ़ी साडे मनजीत जी बैठे आ संभू तो, उन्होंने वो भी उन्होंने सारी फिल्म का पता भी इन्होंने किसी ने पैरावाद कराया उन्हें काम, किसी ने शुरुआत कराया। हूँ तो कहते नहीं भी नच्चण वाले की अड्डी रही, गाने वाले का बोल, वो सारा काम उन्होंने कराया बा, सानू कोई मतलब नहीं। असीं तां अपने वालों सफाई दे दें भी असीं अपने ईमानदारी दे गल खड़े हाँ। हुण भी कैमरे लगे सीगे, प्रशासन साडा साथ नहीं दे रहा ना, सानू कदे हुण दुबारा DSP साहब ने बुलाया ना सानू SDM साहब ने बुलाया। हुण असीं अपनी जथेबंदी वालों फिर दुबारे हुण मिलण जा रहे हैं। असीं उत्थे बार बार नहीं करांगे भी असी दिखाओ जी, असी करा रहे हैं बाबा साहब का, असी करा रहे हैं। बाबा साहब सारिਆਂ ਦਾ आ, साडे वाल्मीकि समाज का नहीं, सारी धर्मां दा बाबा साहब आ। सब नूं अधिकार दे पढ़ने का, सब नूं कपड़े पाउण दा अधिकार दिया, सब नूं वोट का अधिकार दिया। असी कहे भी असी इकल्ले बाबा साहब के जिम्मेदार नहीं, सारा शहर सारा हिंदुस्तान पूरा उसका जिहड़ा है बाबा साहब की देन। 2 बारी मूर्ति खंडित हो चुकी है लेकिन इंसाफ नहीं मिलिया, 2 साल हो गए, इसका कारण दसोगे? देखो, बिल्कुल तुहाडी गल जायज़ आ। देखो, असी तां कपड़े कट के अपने परिवार नूं गैल ले गए, अपनी भैणां नूं, अपनी चाचियां नूं, मैं अपनी पोतियां तक उत्थे कपड़े कट के खड़े सीगे असी भी सानूं इंसाफ दिया जाए, उहते मूर्ति ने चक्की जाए। दसो किहड़ा कुर्बानी कर रहा था उत्थे? मीडिया भी उत्थे दा, प्रशासन भी था उत्थे। मैनूं डराया गया, ये कर देंगे वो कर देंगे, जिहड़े लिफाफेबाजी बोलते हैं ना, ये है जी वो है जी। मेरे भी परिवार आ, मेरे बच्चे भी हैं, मेरे पोता पोती भी हैं, मैं सारे पासा देखना आ। कला मैं कही जावा आके आ बैल मुझे मार, मैं दिखावा 4 बंदे भी हाँ सराज कला रह गया राजप्रेम नहीं। सारे का हक बनता, सारे लड़ाई लड़ो, सारे गैल खड़ो, एक मंच के इकट्ठे रहो। जे आप अलग अलग घग्गरियां घमाएंगे कुछ नहीं होना। पर असी ये कहेंगे जदों जदों लोड़ पई समाज गैर समाज साडे नाल खड़िया, जदों भी मैं उन्होंने आवाज़ देंगा, जदों मेरी एक आवाज़ नाल खड़ेंगे। कुछ बंदियां ने इल्जाम लगाया कि जिहड़ी 11 मैंबरी आ, इन्होंने अपने अपने बंदे पा ले कि सानू नहीं पाया। कई बंदे तुहाडे नाल नाराज़ पाए जाते हैं, ਉਹਦੇ बारे? 11 मैंबरी कमेटी का इस तरह सीगा जी, जो 11 मैंबरी कमेटी बनाई जी, ये भी मेरी अपनी सोच सी, किसी की नहीं सी। आज चाहे जो जोड़ा मर्जी आगे लीडर मेरे गल करे, उसते पहला जो 11 मैंबरी पहला तो बिच बंदे पैर खिंच रहे थे साडे, सानू पता साडे कपड़े पाड़ रहे हैं, वो कोई होर पासे में जा रहा, कोई दूजे पासे में जा रहा। अज चाहे कोई सफाई दई जाए अपने आप नूं। फिर मैं अपने दिमाग तो काम कराया भी हंसराज जी इन्होंने सारे इकट्ठे कर ला, एक 11 मैंबरी कमेटी बना ला ताकि कोई बिच में निकले ना। और सुनो बात एक मजे की, जेड़े मैं 11 मैंबरी कमेटी बनाई असी 5-5 हज़ार रुपया लाया। ये बंदा कह रहा मैं 51,000 देंगा, मैं कहा तेरे तो 51,000 चाहिए, मैंने 5,000 चाहिए। जो 5,000 की बारी आई वो 5,000 भी दिया। 11 बंदे ने 10 बंदे ने दिया, जो 11वां बंदा तो 5,000 दिया ही नहीं। और जो 11वां बंदा था वो जब 11 मैंबरी कमेटी पूछो बंदा कौन था, थानू नाम पता लग जाएगा। उस माँ के पुत्र ने 5,000 नहीं दिया समाज के बीच में। हाँ देखो जाके पता करो भी 5,000 रुपये दिया था। 11 मैंबरी कमेटी का 5-5 ला लो कितना बनता। एक बंदे ने दिया, आगू बनया हुआ था समाज का वा भी मैं बहुत तगड़ा आगू हाँ। बाकी ने सारे ने मदद करी है, सारे ने पैसे दिए, इकट्ठे भी कराए हैं। मैं भी 70-80 हज़ार रुपया 90,000 असी भी अपने मुलाजमान भी इकट्ठे करे हैं। पर वो जो लीडर बन रहा था समाज के बन रहा था मुलाजम उसने 5,000 रुपया दिया ही नहीं। साबित करते हो नहीं हुण कैमरे उत्थे चल रहे हैं, तुसीं इस चीज़ नूं देखिया जाके कि बाबा साहब की मतलब मूर्ति तीजी बार भी खंडित हो सकती है उत्थे कैमरिਆਂ बारे? देखो बात है जी मेरी जथेबंदी है, असीं सारे नगर कौंसल दे विच काम भी करते हैं, साडी बस्तियां भी लागा, असीं टाइम टू टाइम जा ही रहे हैं। तकरीबन मेरी सारी जी जथेबंदी आ मुलाजम वो सारे आई जाई जा रहे हैं। पर उत्थे कैमरा सानूं पता लगे जो हुण कैमरे लगे सी उन्हां दी तारां तूरां फिर टुट गईयां। प्रशासन अजे सो रहा, ये बस 1-2 दिन के विच ही प्रशासन नूं मिलने जा रहे हैं भी भाई इन्हां दा कैमरे का इंतजाम करो और जिहड़ी है मतलब कि उरे पुलिस चौकी बनाई जाए।
ਇਸ ਕਰਕੇ ਤਾਂ ਕਿ ਦੁਬਾਰੇ ਖੰਡਿਤ ਨਾ ਹੋ ਸਕੇ। ਅਸੀਂ ਮੌਜੂਦ ਹਾਂ ਬਾਬਾ ਅੰਬੇਦਕਰ ਸਾਹਿਬ ਚੌਂਕ ਦੇ ਨਾਲ ਲੱਗਦੇ ਪਾਰਕ ਦੇ ਵਿੱਚ, ਜਿੱਥੇ ਕਿ ਸਾਨੂੰ ਸੁੱਖੀ ਜੀ ਮਿਲੇ, ਇੱਕ ਸਮਾਜ ਸੇਵੀ ਦਲਿਤ ਨੇਤਾ। ਜਿਵੇਂ ਕਿ ਤੁਸੀਂ ਪਹਿਲਾਂ ਦੇਖਦੇ ਹੀ ਹੋ ਖਬਰਾਂ ਦੇ ਵਿੱਚ ਆਮ ਹਰ ਮੀਡੀਆ ਤੇ ਜਿਹੜੇ ਕਿ ਤਕਰੀਬਨ ਛਾਏ ਹੋਏ ਨੇ, ਬਾਬਾ ਸਾਹਿਬ ਦੀ ਬੇਅਦਬੀ ਦੇ ਮੁੱਦਿਆਂ ਤੇ ਇਹਨਾਂ ਨੇ ਬੜੇ ਦੇਰ ਤੋਂ ਜੱਦੋ ਜਹਿਦ ਕੀਤੀ ਹੈ, ਲੜਾਈ ਲੜਦੇ ਆ ਰਹੇ ਨੇ। ਪਰ ਕੁਝ ਲੀਡਰ ਕਹਿ ਰਹੇ ਨੇ ਕਿ ਸਿਰਫ ਇਹ ਨੀਲੇ ਪੀਲੇ ਕੱਪੜੇ ਪਾ ਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ। ਅਸੀਂ ਤੁਹਾਡੀ ਸੁਖਜਿੰਦਰ ਸੁੱਖੀ ਜੀ ਨਾਲ ਗੱਲ ਕਰਾਉਂਦੇ ਹਾਂ ਕਿ ਜਿਹੜੇ ਨੀਲੇ ਕੱਪੜੇ ਪੀਲੇ ਪਾ ਕੇ ਇਹ ਆਪਣੀ ਰਾਜਨੀਤੀ ਚਮਕਾ ਰਹੇ ਨੇ ਜਾਂ ਲੋਕਾਂ ਦੀ ਸੇਵਾ ਕਰਦੇ ਨੇ। ਸੁੱਖੀ ਜੀ, ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਦਰਸ਼ਨ ਵੀਰ ਜੀ, ਮਨਦੀਪ ਵੀਰ ਜੀ ਤੁਹਾਡਾ। ਪਹਿਲਾਂ ਤਾਂ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਜੈ ਭੀਮ, ਜੈ ਵਾਲਮੀਕੀ, ਹਰ ਹਰ ਵਾਲਮੀਕੀ, ਜੈ ਗੁਰੂ ਰਵਿਦਾਸ। ਤੁਹਾਡੇ ਪਰ ਇਲਜ਼ਾਮ ਲਾਏ ਨੇ ਜੀ ਹੰਸਰਾਜ ਜੀ ਨੇ ਕਿ ਨੀਲੇ ਪੀਲੇ ਕੱਪੜੇ ਪਾ ਕੇ, ਉਹਨਾਂ ਨੇ ਵੈਸੇ ਸਿੱਧੇ ਤੁਹਾਡੇ ਤੇ ਇਲਜ਼ਾਮ ਨਹੀਂ ਲਾਏ, ਬਲਕਿ ਇਹ ਕਿਹਾ ਕਿ ਕੁਝ ਲੋਕ ਨੀਲੇ ਪੀਲੇ ਕੱਪੜੇ ਪਾ ਕੇ ਚਸ਼ਮੇ ਲਾ ਕੇ ਲੋਕਾਂ ਦੇ ਵਿੱਚ ਮਸ਼ਹੂਰ ਹੁੰਦੇ ਨੇ, ਲੀਡਰ ਬਣਨਾ ਚਾਹੁੰਦੇ ਨੇ ਪਰ ਨਹੀਂ ਬਣ ਪਾ ਰਹੇ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਹੰਸਰਾਜ ਜੀ, ਪਹਿਲਾਂ ਵੀ ਮੈਂ ਕਈ ਨਿਊਜ਼ ਚੈਨਲਾਂ ਤੇ ਜਦ ਵੀ ਕੋਈ ਗੱਲ ਹੋਈ ਹੈ ਕਿਹਾ ਕਿ ਮੇਰੇ ਸਮਾਜ ਦਾ ਹਰ ਬੰਦਾ ਸਤਿਕਾਰਯੋਗ ਹੈ, ਹੰਸਰਾਜ ਜੀ ਵੀ ਮੇਰੇ ਸਤਿਕਾਰਯੋਗ ਹੈ। ਅਗਰ ਹੰਸਰਾਜ ਜੀ ਨੇ ਮੇਰੇ ਕੱਪੜਿਆਂ ਤੇ ਕੋਈ ਟਿੱਪਣੀ ਕਰੀ ਹੈ ਤੇ ਮੈਂ ਬਿਲਕੁਲ ਉਸ ਕੱਪੜਿਆਂ ਦੇ ਟਿੱਪਣੀ ਨੂੰ ਆਪਣੇ ਬੜੇ ਭਾਈ ਦਾ ਹੁਕਮ ਮੰਨ ਕੇ ਅੱਜ ਤੋਂ ਬਾਅਦ ਜਿਹੜੇ ਕੱਪੜੇ ਉਹਨਾਂ ਨੂੰ ਨਹੀਂ ਪਸੰਦ, ਉਹ ਕੱਪੜੇ ਮੈਂ ਆਪਣੇ ਬੜੇ ਵੀਰ ਨੂੰ ਵੀ ਕਹਾਂਗਾ ਕਿ ਜਿਹੜੇ ਕੱਪੜੇ ਉਹ ਸਵਾ ਕੇ ਦੇਣਾ ਚਾਹੇ ਮੈਂ ਪਾਉਣ ਨੂੰ ਤਿਆਰ ਹਾਂ। ਮੈਂ ਇਸ ਗੱਲ ਤੇ ਆਪਣੇ ਭਰਾ ਨਾਲ ਜਾਂ ਆਪਣੇ ਸਮਾਜ ਦੇ ਕਿਸੇ ਬੰਦੇ ਨਾਲ ਵੀ ਤਰਕ ਵਿਤਰਕ ਕਰਨਾ ਨਹੀਂ ਚਾਹੁੰਦਾ। ਪਰ ਬਾਕੀ ਗੱਲ ਦਰਸ਼ਨ ਵੀਰ ਜੀ ਇਹ ਗੱਲ ਹੈ ਕਿ ਦੇਖੋ ਜਿਹੜੀ ਮਨੂਵਾਦੀ ਸੋਚ ਹੈ ਜਿਸ ਦੇ ਖਿਲਾਫ ਬਾਬਾ ਸਾਹਿਬ ਅੰਬੇਦਕਰ, ਬਾਬਾ ਨਾਨਕ ਜੀ, ਬਾਕੀ ਸਾਰੇ ਜਿੰਨੇ ਵੀ ਮਹਾਂਪੁਰਸ਼ ਹੋਏ ਆ ਉਹਨਾਂ ਨੇ ਕਿਹਾ, ਉਹ ਦਿੱਕਤ ਉਸੇ ਗੱਲ ਤੇ ਤਾਂ ਹੈਗੀ ਆ। ਅੱਜ ਰਾਜਸਥਾਨ ਦਾ ਸਾਡਾ ਇੱਕ ਭਰਾ ਮਾਰ ਦਿੱਤਾ ਜਾਂਦਾ ਕਿਉਂਕਿ ਉਹ ਬ੍ਰਾਂਡਡ ਕੱਪੜੇ ਪਾਉਂਦਾ ਸੀਗਾ, ਉਹ ਮੁੱਛਾਂ ਰੱਖਦਾ ਸੀਗਾ। ਤੇ ਅੱਜ ਜਿਹੜੇ ਕੁਝ ਲੋਕ ਹੈ, ਚਲੋ ਹੰਸਰਾਜ ਜੀ ਬਾਰੇ ਆਪਣੇ ਸਮਾਜ ਬਾਰੇ ਤਾਂ ਨਹੀਂ, ਪਰ ਬਾਕੀ ਬੰਦਿਆਂ ਬਾਰੇ ਮੈਂ ਕਹਾਂਗਾ, ਕੁਝ ਲੋਕ ਹੈ ਜਿਨ੍ਹਾਂ ਨੂੰ ਸਾਡੀ ਇਹ ਕੱਪੜੇ ਪਾਉਣਾ ਜਾਂ ਵਧੀਆ ਤਰੀਕੇ ਨਾਲ ਰਹਿਣਾ ਜਾਂ ਮੁੱਛਾਂ ਰੱਖਣੀਆਂ ਬਿਲਕੁਲ ਨਹੀਂ ਉਹ ਕਰਦਾ, ਹਜਮ ਹੁੰਦਾ। ਤੇ ਮੈਂ ਉਹਨਾਂ ਲੋਕਾਂ ਨੂੰ ਇਹੀ ਕਹਾਂਗਾ ਕਿ ਉਹ ਬਾਬਾ ਸਾਹਿਬ ਦਾ ਸੰਵਿਧਾਨ ਪੜ੍ਹਨ ਤੇ ਸ਼ਾਇਦ ਉਹਨਾਂ ਨੂੰ ਜਿਹੜੀ ਬੁੱਧੀ ਉਹਨਾਂ ਦੀ ਸਹੀ ਜਗ੍ਹਾ ਆ ਜਾਣ। ਕਿਉਂਕਿ ਦੇਖੋ ਇਹ ਕੱਪੜੇ ਪਾਉਣ ਦਾ ਅਧਿਕਾਰ ਸਾਡੇ ਬਾਬਾ ਸਾਹਿਬ ਨੇ ਦਿੱਤਾ ਸਾਨੂੰ, ਤੇ ਅਸੀਂ ਕਿਸੇ ਦੇ ਕਹਿਣ ਤੇ ਇਹ ਕੱਪੜੇ ਪਾਉਣਾ ਜਾਂ ਚਸ਼ਮੇ ਲਗਾਉਣਾ ਬਿਲਕੁਲ ਨਹੀਂ ਛੱਡਾਂਗੇ, ਉਲਟਾ ਹੋਰ ਡਟ ਕੇ ਜ਼ੋਰ ਨਾਲ ਵਧੀਆ ਪਾਵਾਂਗੇ। ਇਸ ਤੋਂ ਵੀ ਇੱਕ ਤੁਹਾਡੇ ਵੱਲੋਂ 11 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਬਾਬਾ ਸਾਹਿਬ ਨੂੰ ਇਨਸਾਫ ਦਿਵਾਉਣ ਦੇ ਲਈ। ਉਸ ਕਮੇਟੀ ਦੇ ਵਿੱਚ ਤੁਹਾਡੇ ਮੈਂਬਰਾਂ ਵੱਲੋਂ ਇਹ ਰੱਖਿਆ ਗਿਆ ਸੀ ਵੀ 5000 ਰੁਪਇਆ ਜਿਹੜਾ ਮੈਂਬਰ ਬਣੇਗਾ 11 ਮੈਂਬਰ ਉਹਨਾਂ ਨੂੰ ਦੇਗਾ। ਉਹਨਾਂ ਵੱਲੋਂ ਇੱਕ ਇਹ ਵੀ ਕਿਹਾ ਗਿਆ ਕਿ ਇੱਕ ਬੰਦੇ ਨੇ 5000 ਨਹੀਂ ਦਿੱਤਾ, ਕਿਤੇ ਉਹ ਤੁਸੀਂ ਹੋ ਤਾਂ ਨਹੀਂ? ਦੇਖੋ ਗੱਲ ਇਹ ਹੈ ਕਿ ਜੇ ਮੈਂ ਨਹੀਂ ਆ ਦਰਸ਼ਨ ਵੀਰ ਜੀ, ਥੋੜ੍ਹਾ ਜਿਹਾ ਮੈਂ ਤੁਹਾਨੂੰ ਪਿੱਛੇ ਲੈ ਜਾ ਤੇ ਤੁਸੀਂ ਵੀ ਆਪਣੀ ਯਾਦਦਾਸ਼ਤ ਦਰੁਸਤ ਕਰੋ। ਤੇ ਤੁਸੀਂ ਤੁਹਾਡੇ ਆਪਣੇ ਨਿਊਜ਼ ਚੈਨਲ ਤੇ ਇੱਕ ਖਬਰ ਲਾਈ ਸੀਗੀ ਕਿ ਸੁਖਜਿੰਦਰ ਸੁੱਖੀ ਵੱਲੋਂ 21000 ਰੁਪਏ ਦੀ ਜਿਹੜੀ ਮਦਦ ਹੈ ਬਾਬਾ ਸਾਹਿਬ ਦੀ ਪ੍ਰਤਿਮਾ ਲਈ ਕੀਤੀ ਗਈ ਹੈ। ਦੇਖੋ ਅਗਰ ਉਹ ਬੰਦਾ ਮੈਂ ਹੁੰਦਾ ਤੇ ਉਹ 21000 ਰੁਪਇਆ ਜਿਹੜਾ ਮੈਂ ਦਿੱਤਾ ਹੈ ਕੈਸ਼, ਉਹਦੀ ਫੋਟੋਆਂ ਵੀ ਹੈ, ਖਬਰਾਂ ਵੀ ਲੱਗੀਆਂ ਹੋਈਆਂ। ਤੇ ਉਹ ਕੈਸ਼ੀਅਰ ਸਾਹਿਬ ਸੀ ਸਾਡੇ ਸੰਜੇ ਬਾਲੀ ਜੀ, ਉਹਨਾਂ ਨੂੰ ਵੀ ਪੁੱਛ ਲਓ। ਤੇ 5100 ਰੁਪਇਆ ਜਿਹੜਾ ਕੈਸ਼ ਸਾਨੂੰ ਲਗਾਇਆ ਗਿਆ ਸੀਗਾ, ਮੈਂ ਉਹਦੀ ਵੀ ਜਿਹੜਾ ਦਿੱਤਾ ਸੀਗਾ ਉਹਦੀ ਪਰਚੀ ਵੀ ਹੈ ਮੇਰੇ ਕੋਲ। ਤੇ ਜਦ ਤੁਸੀਂ ਕਹੋਗੇ ਮੈਂ ਦਿਖਾ ਦਾਂਗਾ। ਮੈਂ ਉਹ ਬੰਦਾ ਨਹੀਂ ਹੈ। ਅਗਰ ਉਹ ਕਿਸੇ ਹੋਰ ਬਾਰੇ ਕਰ ਰਹੇ ਨੇ ਤੇ ਹੰਸਰਾਜ ਜੀ ਨੂੰ ਚਾਹੀਦਾ ਉਹ ਸਪਸ਼ਟ ਗੱਲ ਕਰਕੇ ਦੱਸਣ ਕਿ ਉਹ ਕਿਸ ਬੰਦੇ ਬਾਰੇ ਗੱਲ ਕਰ ਰਹੇ। ਮੇਰੇ ਖਿਆਲ 'ਚ ਮੈਂ ਤਾਂ ਨਹੀਂ ਹੋ ਸਕਦਾ। ਇੱਕ ਸਾਨੂੰ ਪਤਾ ਲੱਗਿਆ ਕੁਝ ਬੰਦਿਆਂ ਤੋਂ ਕਿ ਇਹ ਮੂਰਤੀ ਜੋ ਤੁਹਾਡੀ ਬਣਾਈ ਗਈ ਹੈ ਲਗਭਗ 3 ਲੱਖ ਰੁਪਏ ਦੇ ਨੇੜੇ ਤੇੜੇ ਸ਼ਾਇਦ ਇਸ ਪਰ ਖਰਚਾ ਆਇਆ। ਲੇਕਿਨ ਸਾਨੂੰ ਇਹ ਪਤਾ ਲੱਗਿਆ ਕਿ ਇਸ ਮੂਰਤੀ ਦੇ ਕੁਝ ਪੈਸੇ ਬਾਕੀ ਰਹਿੰਦੇ ਨੇ, ਕਿ 51000 ਰੁਪਏ ਦਾ ਇਨਾਮ ਦੇ ਤੁਸੀਂ ਬੋਰਡ ਲਾਤੇ ਆ। ਉਹਨਾਂ ਵੱਲੋਂ ਕਿਹਾ ਗਿਆ ਕੁਝ ਬੰਦਿਆਂ ਵੱਲੋਂ ਕਿ 51000 ਦਾ ਇਹਨਾਂ ਨੇ ਇਨਾਮ ਦੇ ਬੋਰਡ ਲਾਤੇ ਆ, ਲੇਕਿਨ ਉਹ ਜਿਹੜਾ 15000 18000 ਮੂਰਤੀ ਵਾਲਾ ਵਾਕਿਆ ਉਹ ਨਹੀਂ ਹਜੇ ਦਿੱਤਾ ਗਿਆ। ਦਰਸ਼ਨ ਵੀਰ ਜੀ ਗੱਲ ਇਵੇਂ ਆ, ਦੇਖੋ ਸਾਡੀ 11 ਮੈਂਬਰੀ ਦੀ ਜੀ ਜਦ ਬਾਬਾ ਸਾਹਿਬ ਦੀ ਪ੍ਰਤਿਮਾ ਦਾ ਜਿਹੜਾ ਅਸੀਂ ਪ੍ਰੋਗਰਾਮ ਕਰਾਇਆ ਸੀਗਾ, ਉਹ ਇਨੋਗ੍ਰੇਸ਼ਨ ਸੀਗਾ, ਓਪਨਿੰਗ ਸੀਗੀ, ਉਹ ਖਤਮ ਹੋਇਆ। ਉਸ ਤੋਂ ਬਾਅਦ ਸਾਡੀ ਟੀਮ ਦੀ ਬਕਾਇਦਾ ਇੱਕ ਮੀਟਿੰਗ ਹੋਈ ਆ। ਉਸ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਕੈਸ਼ੀਅਰ ਸੀਗੇ ਰਵਿੰਦਰ ਜੀ ਤੇ ਸੰਜੇ ਬਾਲੀ ਜੀ, ਉਹਨਾਂ ਨੇ ਸੰਜੇ ਬਾਲੀ ਜੀ ਵੱਲੋਂ ਸਾਨੂੰ ਸਾਰਾ ਹਿਸਾਬ ਕਿਤਾਬ ਦੇ ਦਿੱਤਾ ਗਿਆ। ਉਹਦੇ 'ਚ ਜਿਹੜੇ ਥੋੜ੍ਹੇ ਬਹੁਤੇ ਪੈਸੇ ਘਟੇ ਸੀਗੇ ਉਹ ਇੱਕ ਰਵਿੰਦਰ ਸਾਡੇ ਸੀਗੇ ਵਾਲਮੀਕਨ ਜੀ, ਉਹਨਾਂ ਦੇ ਵੱਲੋਂ ਚਲੇ ਹੋਏ ਸੀਗੇ, ਕੁਝ ਪੈਸੇ ਮੇਰੇ ਵੱਲੋਂ ਚਲੇ ਹੋਏ ਸੀਗੇ। ਤੇ ਇਸ ਤੋਂ ਇਲਾਵਾ ਤਾਂ ਕੋਈ ਹਿਸਾਬ ਕਿਤਾਬ ਹੈ ਨਹੀਂ। ਜਿਹੜੇ ਸਾਡੇ ਪੈਸੇ ਆ ਉਹ ਅਸੀਂ ਆਪਣਾ ਜਦ ਹੋਏਗਾ ਜਦ ਅਸੀਂ ਇਕੱਠੇ ਬੈਠਾਂਗੇ ਲੈ ਲਾਂਗੇ। ਮਗਰ ਜਿਹੜੇ ਬੁੱਤ ਦੇ ਪੈਸੇ ਉਹ ਕਹਿ ਰਹੇ ਆ, ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਬੁੱਤ ਦੇ ਪੈਸੇ ਘਟੇ ਆ, ਉਹ ਬੁੱਤ ਦੇ ਪੈਸੇ ਨਹੀਂ ਦੇ ਰਹੇ। ਤਾਂ ਦੇਖੋ ਕहीं ਨਾ ਕहीं ਉਹ ਸਾਡੇ ਜਿਹੜੇ ਕੈਸ਼ੀਅਰ ਸੰਜੇ ਬਾਲੀ ਜੀ ਜਿਹੜੇ ਬੜੇ ਵਧੀਆ ਸਮਾਜ ਸੇਵੀ ਵੀ ਆ, ਸਾਡੇ ਨਾਲ ਹਰ ਵਕਤ ਮੋਢੇ ਨਾਲ ਮੋਢਾ ਰੱਖ ਕੇ ਚੱਲਦੇ ਆ, ਉਹਨਾਂ ਦੇ ਇਲਜ਼ਾਮ ਲਗਾਏ ਜਾ ਰਹੇ ਆ। ਮਗਰ ਉਹਨਾਂ ਨੇ ਸਾਨੂੰ ਕहीं ਨਾ ਕहीं ਦੇਖੋ ਆਪਣੇ ਹਿਸਾਬ 'ਚ ਦਿਖਾਤਾ ਸੀਗਾ ਕਿ ਸਾਡਾ ਹਿਸਾਬ ਪੂਰਾ ਹੋ ਗਿਆ, ਤੇ ਨਾ ਮੇਰੇ ਕੋਲ ਕਦੀ ਕੋਈ ਫੋਨ ਆਇਆ।
ਇਹ 4 ਅਲੱਗ-ਅਲੱਗ ਸੰਗਠਨ ਤੁਹਾਡੇ ਬਣੇ ਹੋਏ ਨੇ, ਕਿਆ ਇਹ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਇਨਸਾਫ ਦਵਾ ਪਾਉਣਗੇ? ਗੱਲ ਤਾਂ ਦੇਖੋ ਵੀਰ ਜੀ ਇਹ ਹੈ ਕਿ ਅਗਰ ਤਾਂ ਤੁਹਾਡੀ ਨੀਅਤਾਂ ਠੀਕ ਹੋਣ, 4 ਦੀ ਜਗ੍ਹਾ ਮੈਂ ਕਹਿ ਰਿਹਾ ਜੀ 400 ਹੋਣੇ ਚਾਹੀਦੇ, ਮਗਰ ਜਦ ਬਾਬਾ ਸਾਹਿਬ ਦੇ ਬੇਅਦਬੀ ਦੀ ਗੱਲ ਹੁੰਦੀ ਹੈ, ਜਦ ਬਾਬਾ ਸਾਹਿਬ ਲਈ ਸੰਘਰਸ਼ ਕਰਨ ਦੀ ਗੱਲ ਹੁੰਦੀ ਹੈ, ਸਮਾਜ ਲਈ ਸੰਘਰਸ਼ ਕਰਨ ਦੀ ਗੱਲ ਹੁੰਦੀ ਹੈ, ਤੇ ਤੁਸੀਂ ਦੇਖੋ ਸਾਰੇ ਲੋਕ ਆਪਣੀ ਜਥੇਬੰਦੀਆਂ ਨੂੰ ਪਿੱਛੇ ਰੱਖ ਕੇ ਇਕੱਠੇ ਹੁੰਦੇ ਆ। ਇਹ 4 ਦਾ ਜਾਂ 40 ਦਾ ਕੋਈ ਵਿਸ਼ਾ ਨਹੀਂ ਹੈਗਾ। ਸਾਡੇ ਜਿੰਨੇ ਵੀ ਜਥੇਦਾਰ ਬਣੇ ਹੋਏ ਆ ਜਾਂ ਜਿੰਨੇ ਵੀ ਮੋਹਰੀ ਹੈਗੇ ਆ ਸੰਗਠਨ ਚਲਾਉਂਦੇ ਆ, ਉਹ ਬਿਲਕੁਲ ਜਦ ਵੀ ਕੋਈ ਸੰਘਰਸ਼ ਹੁੰਦਾ ਸਾਰੇ ਇਕੱਠੇ ਹੁੰਦੇ ਆ ਇੱਕ ਮੰਚ ਤੇ। ਕਦੇ ਨਜ਼ਰ ਤਾਂ ਆਏ ਨਹੀਂ ਜੀ ਇਕੱਠੇ ਹੋਏ ਵੇ। ਚਲੋ ਪਤਾ ਗੱਲ ਕਿਆ, ਕਈ ਵਾਰ 100 ਕੰਮ ਪੈ ਜਾਂਦੇ ਆ, ਕੋਈ ਅੱਗੇ ਕੋਈ ਪਿੱਛੇ, ਮਗਰ ਕहीं ਨਾ ਕहीं ਸਾਰਿਆਂ ਦਾ ਸਪੋਰਟ ਹੁੰਦਾ। ਦੇਖੋ ਹੁਣ ਜਿੰਨਾ ਵੀ ਪਿੱਛੇ ਸਾਰੇ ਸਮਾਜ ਨੇ ਸੰਘਰਸ਼ ਕਰਿਆ, ਬਿੱਟੂ ਵੀਰ ਜੀ ਹੋ ਗਏ, ਹੰਸਰਾਜ ਜੀ ਹੋ ਗਏ, ਤੇ ਸਾਡੇ ਸੰਜੇ ਬਾਲੀ ਜੀ, ਰਵਿੰਦਰ ਜੀ, ਰਜਿੰਦਰ ਵਾਲਮੀਕਨ ਜੀ, ਜਿੰਨੇ ਵੀ ਸਾਡੇ ਸੰਗਠਨ ਹੈ ਅਲੱਗ-ਅਲੱਗ ਚਲਾ ਰਹੇ ਆ, ਅਸੀਂ ਸਾਰੇ ਇੱਕ ਸੰਗਠਨ ਇਕੱਠੇ ਹੁੰਦੇ ਆ। ਇਹ ਬਾਕੀ ਗੱਲਾਂ ਦੇਖੋ, ਗੱਲ ਇਹ ਹੈ ਕਿ ਅਸੀਂ ਕਈ ਵਾਰ ਆਪਣੇ ਨਿੱਜੀ ਕੰਮਾਂ ਤੇ ਵੀ ਇੱਧਰ ਉੱਧਰ ਹੋ ਜਾਂਦੇ ਆ, ਫਿਰ ਉਸ 'ਤੇ ਸਾਰੇ ਤੇ ਇਲਜ਼ਾਮ ਲਗਾਉਣਾ ਵੀ ਔਖਾ ਹੈ। ਇੱਕ ਹੰਸਰਾਜ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਉਰੇ ਨਾ ਕੈਮਰੇ ਕੁਝ ਚੱਲ ਨਹੀਂ ਰਹੇ, ਉਹਨਾਂ ਦੀ ਤਾਰਾਂ ਵੱਢ ਦਿੱਤੀਆਂ ਗਈਆਂ ਨੇ। ਅਗਰ ਦੁਬਾਰਾ ਇਹਦੀ ਪ੍ਰਤਿਮਾ ਦੀ ਬੇਅਦਬੀ ਹੁੰਦੀ ਹੈ, ਪਹਿਲਾਂ ਤੁਸੀਂ ਸੱਤਾ ਧਿਰ ਤੇ ਇਲਜ਼ਾਮ ਲਾਉਂਦੇ ਰਹੇ ਆ, ਹੁਣ ਤੁਸੀਂ ਕਿਸ ਤੇ ਇਲਜ਼ਾਮ ਲਾਓਗੇ? ਦੇਖੋ ਗੱਲ ਇਹ ਤਾਂ ਸਾਫ਼ ਗੱਲ ਹੈ, ਜਿਹੜਾ ਇਹਦਾ ਨੁਮਾਇੰਦਗੀ ਕਰ ਰਿਹਾ ਹੈ ਜਾਂ ਜੋ ਵੀ ਇੱਥੇ ਪ੍ਰਸ਼ਾਸਨਿਕ ਢਾਂਚਾ ਆ, ਜ਼ਿੰਮੇਵਾਰ ਤਾਂ ਉਹੀ ਹੋਏਗਾ। ਬਾਕੀ ਗੱਲ ਇਵੇਂ ਆ, ਦੇਖੋ ਪ੍ਰਸ਼ਾਸਨ ਨੇ ਇੱਥੇ ਕहीं ਨਾ ਕहीं ਸਾਡੀ ਕਮੀਆਂ ਵੀ ਆ। ਪ੍ਰਸ਼ਾਸਨ ਨੇ ਸਾਨੂੰ ਸਾਫ਼ ਕਿਹਾ ਸੀਗਾ ਕਿ ਤੁਸੀਂ ਇੱਥੇ ਦਾ ਆਪਣਾ ਵਾਈਫਾਈ ਦੇ 2 ਬੰਦੇ ਆਪਣਾ ਪਾਸਵਰਡ ਦੇ ਦਿਓ, ਤੇ ਅਸੀਂ ਉਹ ਜਿਹੜਾ ਕੈਮਰੇ ਦਾ ਹੈ ਉਹ ਤੁਹਾਡੇ ਤੇ ਅਪਡੇਟ ਕਰ ਦਾਂਗੇ, ਤੁਸੀਂ ਆਪਣੇ ਫੋਨ ਤੇ ਦੇਖ ਸਕਦੇ ਹੋ। ਮਗਰ ਸਾਡੇ ਬੰਦਿਆਂ ਨੇ ਉੱਥੇ ਨਾ ਕਰਤੀ ਕਿ ਨਹੀਂ ਅਸੀਂ ਆਪਣੇ ਤੇ ਜ਼ਿੰਮੇਵਾਰੀ ਨਹੀਂ ਲੈਣੀ, ਇਹ ਪੁਲਿਸ ਦੇਖੇ। ਤਾਂ ਕਰਕੇ ਦੇਖੋ ਇਹ ਗੱਲ ਹੈ, ਹੁਣ ਸਾਨੂੰ ਵੀ ਨਹੀਂ ਪਤਾ ਕਿ ਕੈਮਰੇ ਬੰਦ ਹੈ, ਇਹ ਹੰਸਰਾਜ ਜੀ ਨੂੰ ਪਤਾ ਹੈ। ਅਗਰ ਉਹਨਾਂ ਨੂੰ ਪਤਾ ਉਹ ਸਾਨੂੰ ਦੱਸ ਦੇ, ਅਸੀਂ ਇਕੱਠੇ ਹੋ ਕੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਕੋਲ ਬਿਲਕੁਲ ਜਾਣ ਨੂੰ ਤਿਆਰ ਹੈ। ਨਹੀਂ, ਤੁਸੀਂ ਆਪਣੇ ਮੋਬਾਈਲ ਤੇ ਕਿਉਂ ਨਹੀਂ ਲਾ ਲੈਂਦੇ? ਤੁਸੀਂ ਇੰਨੀ ਜਦੋਜਹਿਦ ਕਰਦੇ ਹੋ। ਦੇਖੋ ਗੱਲ ਕਿਆ ਦਰਸ਼ਨਵੀਰ ਜੀ, ਗੱਲ ਫਿਰ ਉੱਥੇ ਆ ਜਾਂਦੀ ਹੈ। ਅਗਰ ਮੈਂ ਕੋਈ ਚੀਜ਼ ਅੱਗੇ ਹੋ ਕੇ ਕਰਦਾ, ਫਿਰ ਮੇਰੇ ਕੱਪੜਿਆਂ ਤੇ ਗੱਲਾਂ ਉੱਠਦੀਆਂ, ਫਿਰ ਮੇਰੇ ਚਸ਼ਮਿਆਂ ਤੇ ਗੱਲਾਂ ਉੱਠਦੀਆਂ। ਮੈਂ ਕਹਿ ਰਿਹਾ ਬਿਲਕੁਲ ਅਸੀਂ ਤਾਂ ਸੰਘਰਸ਼ ਕਰਨ ਨੂੰ ਤਿਆਰ ਹੈ। ਮੈਂ ਤਾਂ ਸਾਰੇ ਭਰਾਵਾਂ ਨੂੰ ਇਹੀ ਕਿਹਾ ਕਿ ਜਿੱਥੇ ਵੀ ਕੋਈ ਲੋੜ ਹੈ, ਜਿੱਥੇ ਅੱਗ ਦੇ ਦਰਿਆ 'ਚ ਲੇਟ ਨਾ ਹੋਏ, ਉੱਥੇ ਸਾਨੂੰ ਭੇਜ ਦਿਓ, ਕੋਈ ਦਿੱਕਤ ਨਹੀਂ ਹੈਗੀ। ਮਗਰ ਗੱਲ ਇੱਥੇ ਹੈ, ਜੇ ਤਾਂ ਅਸੀਂ ਕੋਈ ਕੰਮ ਕਰਨ ਲੱਗਦੇ ਫਿਰ ਇਹ ਕਹਿੰਦੇ ਆ ਤੁਸੀਂ ਇਹ ਕਾਲੇ ਪੀਲੇ ਕੱਪੜੇ ਪਾ ਕੇ ਅੱਗੇ ਹੋ ਜਾਂਦੇ ਆ, ਇਹ ਚਸ਼ਮੇ ਪਾ ਕੇ ਅੱਗੇ ਹੋ ਜਾਂਦੇ ਆ। ਮੈਂ ਕਹਿ ਰਿਹਾ ਬਿਲਕੁਲ ਮੈਂ ਆਪਣੇ ਵਾਈਫਾਈ ਤੇ ਹੋਣ ਨੂੰ ਤਿਆਰ ਹਾਂ। ਬਾਕੀ ਇਹ ਹੈ ਗੱਲ, ਅਸੀਂ ਬਿਲਕੁਲ ਹੀ 2-4 ਦਿਨਾਂ ਦੇ ਅੰਦਰ ਭੈਣ ਨੀਨਾ ਮਿੱਤਲ ਜੀ ਨੂੰ ਵੀ ਮਿਲਣ ਜਾ ਰਹੇ ਹਾਂ। ਅਸੀਂ ਉਹਨਾਂ ਨਾਲ ਵੀ ਇਹ ਗੱਲ ਡਿਸਕਸ ਕਰਾਂਗੇ ਕਿ ਇੱਥੇ ਦੇਖੋ ਜਿਹੜੇ ਕੈਮਰੇ ਆ ਉਹ ਖਰਾਬ ਹੋ ਰਹੇ ਆ, ਕਿਰਪਾ ਇਸ 'ਤੇ ਜਿਹੜੀ ਹੈ ਗੌਰ ਕਰਿਆ ਜੇ। ਕਿ ਜੀ ਇੱਕ ਨਾ 51,000 ਦੇ ਤੁਹਾਡੇ ਵੱਲੋਂ ਜਿਹੜੇ ਬੋਰਡ ਲਾਏ ਗਏ ਸੀ ਉਹ ਉਤਾਰ ਦਿੱਤੇ ਗਏ ਆ, ਕਿਆ ਦੋਸ਼ੀ ਲੱਭਿਆ ਆ ਜਿਹੜੇ 51,000 ਦੇ ਬੋਰਡ ਉਤਾਰਤੇ, ਜਾਂ ਫਿਰ ਤੁਹਾਡੇ ਵੱਲੋਂ ਉਹ 51,000 ਰੁਪਈਆ ਇਕੱਠਾ ਨਹੀਂ ਹੋਇਆ ਦੋਸ਼ੀ ਉਹਨੂੰ ਦੇਣ ਵਾਸਤੇ ਤਾਂ ਉਤਾਰੇ ਗਏ ਨੇ? ਦੇਖੋ ਗੱਲ ਦਰਸ਼ਨਵੀਰ ਜੀ ਇਵੇਂ ਹੈ, ਜਦ ਵੀ ਅਸੀਂ ਕੋਈ ਕੰਮ ਕਰਦੇ ਆ ਨਾ ਆਪਣੇ ਸਿਰਾਂ ਤੇ ਹੋ ਕੇ ਕਰਦੇ ਆ, ਤੇ ਸਾਡਾ ਇਹ ਕੰਮ ਨਹੀਂ ਹੈਗਾ ਜਿਹੜੇ ਕੁਝ ਲੋਕ ਆ ਜਿਹੜੇ ਜਿਨ੍ਹਾਂ ਨੂੰ ਪਰਚੀ ਮਾਸਟਰੀ ਕਿਹਾ ਜਾਂਦਾ, ਜਿਨ੍ਹਾਂ ਦਾ ਕੰਮ ਸਿਰਫ ਹੁੰਦਾ ਹੈ ਪਰਚੀਆਂ ਕੱਟਣਾ। ਕਦੀ ਕੋਈ ਕੰਮ ਹੋ ਗਿਆ ਪਰਚੀ ਕੱਟ ਲਓ, ਕਦੀ ਕੁਝ ਹੋ ਗਿਆ ਪਰਚੀ ਕੱਟ ਲਓ, ਉਹ ਕੰਮ ਨਹੀਂ ਹੈ ਸਾਡੇ। 51,000 ਦੀ ਰਕਮ ਮੈਂ ਤੁਹਾਡੇ ਥਰੂ ਕੇ ਸਾਫ਼ ਕਹਿਣਾ ਚਾਹੁੰਦਾ, ਮੈਂ ਕੱਲ ਨੂੰ ਦਰਸ਼ਨਵੀਰ ਜੀ ਨੂੰ ਜਾਂ ਅੱਜ ਹੀ ਦਰਸ਼ਨਵੀਰ ਜੀ ਮੇਰੇ ਤੋਂ ਫੜ ਲੈਣ। ਗੱਲ ਇਵੇਂ ਜਿਹੜੇ ਬੋਰਡ ਤਾਰੇ ਗਏ ਸੀਗੇ, ਇਹ ਕਿਆ ਹੋਇਆ ਸੀਗਾ ਇਲੈਕਸ਼ਨ ਤੋਂ ਥੋੜ੍ਹੇ ਦਿਨ ਪਹਿਲਾਂ, ਕਿਉਂਕਿ ਸਰਕਾਰ ਦੀ ਦੇ ਵਿੱਚ ਬਦਨਾਮੀ ਹੋ ਰਹੀ ਸੀਗੀ ਕਿ ਜਿਹੜੇ ਸਮਾਜ ਨੂੰ ਆਪਣੇ ਇਨਸਾਫ ਲਈ 51,000 ਰੁਪਏ ਦੀ ਰਕਮ ਰੱਖਣੀ ਪੈ ਗਈ ਨਾਮ ਦੇ ਤੌਰ ਤੇ। ਤੇ ਕਿਆ ਹੋਇਆ, ਇੱਥੇ ਆਉਂਦੇ ਜਾਂਦੇ ਉਹ ਲੋਕ ਬੋਰਡ ਨਾਲ ਛੇੜਖਾਨੀਆਂ ਕਰਦੇ ਸੀਗੇ, ਤੇ ਇਲੈਕਸ਼ਨ ਦਾ ਟਾਈਮ ਸੀਗਾ, ਫਲੈਕਸਾਂ ਵਾਲੇ ਕੋਲ ਕੰਮ ਵੀ ਬਹੁਤ ਹੁੰਦਾ ਸੀਗਾ, ਤੇ ਬਾਰ-ਬਾਰ ਰੋਜ਼ ਦੂਏ ਦਿਨ ਮੈਂ ਕਹਿ ਦਿੰਦਾ ਸੀਗਾ ਕਿ ਇੱਥੇ ਆ ਕੇ ਯਾਰ ਬੋਰਡ ਠੀਕ ਕਰ ਲਓ, ਬੋਰਡ ਗਿਰਨ ਨੂੰ ਪਏ ਆ, ਢਿੱਲੇ ਹੋ ਗਏ ਜਾਂ ਕੁਛ ਹੋ ਗਏ। ਤੇ ਜਿਹੜੇ ਫਲੈਕਸ ਵਾਲੇ ਸੀਗੇ ਉਹਨਾਂ ਨੇ ਵੀ ਇਤਰਾਜ਼ ਕਰਤਾ ਸੀਗਾ ਕਿ ਵੀਰ ਜੀ ਅਸੀਂ ਰੋਜ਼-ਰੋਜ਼ ਨਹੀਂ ਆ ਸਕਦੇ ਇਹਨਾਂ ਕੰਮਾਂ ਲਈ, ਤੁਸੀਂ ਜਿਹੜੇ ਬੋਰਡ ਹੈ ਜਾਂ ਤਾਂ ਇੱਕ ਵਾਰ ਲਵਾ ਲਓ, ਜੇ ਨਹੀਂ ਲੱਗਦੇ ਤੇ ਗਿਰੇ ਨਾ ਕੁਝ ਹੋਣ ਉਹ ਸਾਡੀ ਜ਼ਿੰਮੇਵਾਰੀ ਨਹੀਂ। ਤੇ ਉੱਥੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਸੀਗੀ, ਤਾਂ ਕਰਕੇ ਅਸੀਂ ਇਹ ਵੀ ਨਹੀਂ ਦੇਖ ਸਕਦੇ ਸੀਗੇ ਕਿ ਬੋਰਡ ਅਗਰ ਢਿੱਲੇ ਹੁੰਦੇ ਆ, ਗਿਰ ਜਾਂਦੇ ਆ, ਸੜਕ ਤੇ ਪੈਰਾਂ 'ਚ ਜਾਂਦੇ ਆ, ਇਹ ਵੀ ਠੀਕ ਗੱਲ ਨਹੀਂ ਸੀਗੀ। ਤਾਂ ਕਰਕੇ ਅਸੀਂ ਜਿਹੜੇ ਇੱਥੇ ਦੇ ਬੋਰਡ ਹੈ ਸਿਰਫ ਜਿਹੜੇ ਅੰਬੇਦਕਰ ਚੌਂਕ ਤੇ ਲੱਗੇ ਹੋਏ ਸੀਗੇ ਉਹ ਤਾਰਦੇ ਸੀਗੇ, ਬਾਕੀ ਸ਼ਹਿਰ 'ਚ ਜਿੰਨੇ ਵੀ ਬੋਰਡ ਸੀਗੇ ਉਹ ਉਵੇਂ ਲੱਗੇ ਹੋਏ ਆ। ਤੁਸੀਂ ਮੇਰੇ ਨਾਲ ਹੁਣੀ ਚਲੋ ਪੁਰਾਣੇ ਰਾਜਪੁਰੇ ਜਿਹੜਾ ਪਾਰਕ ਬਣਿਆ ਗੁੱਗਾ ਮਾੜੀ ਕੋਲ, ਤੁਸੀਂ ਹੁਣ ਜਾ ਕੇ ਉੱਥੇ ਦੇ ਵੀਡੀਓ ਦੇਖੋ ਕਿ ਉੱਥੇ ਹੁਣ ਵੀ ਉਹ ਬੋਰਡ ਲੱਗੇ ਹੋਏ ਆ। ਬਾਕੀ 51,000 ਰੁਪਇਆ ਅਗਰ ਕਿਸੇ ਭਰਾ ਨੂੰ ਸਾਡੇ ਸ਼ੱਕ ਸ਼ੁਬਾ ਹੈ, ਤੁਸੀਂ ਇਵੇਂ ਕਰੋ ਸਾਡੇ ਤੋਂ ਜਦ ਵੀ ਆ ਦੋਸ਼ੀ ਦੱਸੋ, ਤੇ 15 ਮਿੰਟ ਦੇ ਅੰਦਰ ਅਸੀਂ ਉਹ ਤੁਹਾਨੂੰ ਕੈਸ਼ ਪੈਸੇ ਫੜਾ ਦਿੰਦੇ ਆ। ਅਗਰ ਸਾਨੂੰ ਇਹ ਵੀ ਮੈਂ ਤੁਹਾਨੂੰ ਕਹਿੰਦਾ ਸਾਡੇ ਕਿਉਂਕਿ ਬੜੇ ਸਾਡੇ ਨਾਲ ਜਿਹੜੇ ਅੰਬੇਦਕਰ ਜੀ ਨੂੰ ਪਿਆਰ ਕਰਦੇ ਨੇ, ਮਨਦੀਪ ਵੀਰ ਜੀ ਹੋ ਗਏ, ਦਰਸ਼ਨ ਵੀਰ ਜੀ, ਇਹਨਾਂ ਤੇ ਅਗਰ ਵਿਸ਼ਵਾਸ ਹੈ ਤੁਹਾਨੂੰ, ਮੈਂ ਇਹਨਾਂ ਨੂੰ ਫੜਾ ਦਿੰਦਾ। ਤੁਸੀਂ ਦੋਸ਼ੀ ਦੱਸੋ 51,000 ਇਹਨਾਂ ਤੋਂ ਚੱਕੋ, 51,000 ਵਾਲੀ ਕੋਈ ਗੱਲ ਨਹੀਂ ਹੈਗੀ। ਸਿਰਫ ਉਹ ਵੋਟ ਤਾਰੇ ਗਏ ਸੀਗੇ ਜਿਹੜੇ ਵੋਟ ਇੱਥੇ ਸੀਗੇ, ਉਹ ਵੀ ਕਿਉਂਕਿ ਇਹ ਸਾਨੂੰ ਜਿਹੜੇ ਰਾਜਨੀਤਿਕ ਲੋਕ ਆ ਸਾਨੂੰ ਆਪਸ 'ਚ ਲੜਵਾ ਰਹੇ ਸੀਗੇ। ਇਹ ਸਾਡੇ ਹੀ ਬੰਦਿਆਂ ਤੋਂ ਕਿਸੇ ਤੋਂ ਉਸ ਨੂੰ ਬੋਰਡ ਨੂੰ ਛੇੜਛਾੜ ਕਰਵਾ ਦਿੰਦੇ ਸੀਗੇ ਕਿ ਇਹ ਆਪਸ 'ਚ ਲੜਦੇ ਰਹਿਣ। ਤਾਂ ਕਰਕੇ ਆਪਸੀ ਜਿਹੜੀ ਕਲੇਸ਼ ਨੂੰ ਦੂਰ ਕਰਨ ਲਈ ਅਸੀਂ ਉਹ ਬੋਰਡ ਤਾਰਤੇ ਸੀਗੇ। ਬਾਕੀ ਜਿੰਨੇ ਵੀ ਬੋਰਡ ਸੀਗੇ
ਜਿੰਨੇ ਵੀ ਅਲੱਗ-ਅਲੱਗ ਜਗ੍ਹਾ ਲੱਗੇ ਹੋਏ ਸੀਗੇ ਮੈਂ ਕੋਈ ਬੋਰਡ ਨਹੀਂ ਤਰਵਾਇਆ। ਜੇ ਇਹਦਾ ਤੁਸੀਂ ਪ੍ਰੂਫ ਦੇਖਣਾ ਚਾਹੁੰਦੇ ਹੋ ਤੇ ਪੁਰਾਣੇ ਰਾਜਪੁਰੇ ਪਾਰਕ 'ਚ ਚਲੋ, ਹੁਣ ਵੀ ਉਹ ਬੋਰਡ ਲੱਗੇ ਹੋਏ ਆ ਇੱਥੇ। ਸੁੱਖੀ ਜੀ ਇੱਕ ਦੱਸੋ, ਜਿਵੇਂ ਹੰਸਰਾਜ ਜੀ ਅਲੱਗ ਇੰਟਰਵਿਊ ਦਿੰਦੇ ਨੇ, ਤੁਸੀਂ ਅਲੱਗ ਇੰਟਰਵਿਊ ਦਿੰਦੇ ਨੇ, ਕਿਆ ਤੁਸੀਂ ਇੱਕ ਮੰਚ ਤੇ ਇਕੱਠੇ ਹੋਣ ਨੂੰ ਤਿਆਰ ਹੈ ਜਾਂ ਫਿਰ ਤੁਹਾਡੀ ਇਹ ਲੁਕਾ ਛੁਪੀ ਵਾਲਾ ਗੇਮ ਚੱਲਦਾ ਰਹੇਗਾ? ਦੇਖੋ, ਜਿੱਥੇ ਬਾਬਾ ਸਾਹਿਬ ਦੇ ਸੰਘਰਸ਼ ਦੀ ਕੋਈ ਵੀ ਗੱਲ ਆਏਗੀ, ਤੁਸੀਂ ਜਿੰਨੇ ਵੀ ਜਦ ਵੀ ਸੰਘਰਸ਼ ਹੋਇਆ, ਜਦ ਹੰਸਰਾਜ ਜੀ ਨੇ ਵੀ ਕੀਤਾ ਜਾਂ ਉਹਨਾਂ ਦੀ ਜਥੇਬੰਦੀ ਨੇ ਕਰਿਆ, ਤੁਸੀਂ ਮੈਨੂੰ ਮੌਜੂਦ ਦੇਖੋਗੇ, ਉੱਥੇ ਮੈਂ ਹੈ ਸੀਗਾ। ਮੈਂ ਹੁਣ ਵੀ ਜਦ ਵੀ ਕਦੀ ਕੋਈ ਸਮਾਜ ਦੀ ਗੱਲ ਹੋਏਗੀ, ਅਗਰ ਕਿਸੇ ਨੂੰ ਮੇਰੇ ਆਉਣ ਤੋਂ ਕੋਈ ਦਿੱਕਤ ਨਾ ਹੋਏ, ਮੈਂ ਹਰ ਇੱਕ ਦੇ ਪਿੱਛੇ ਖੜਨ ਨੂੰ ਤਿਆਰ ਹੈ। ਨਾਲ ਖੜਨ ਦੀ ਗੱਲਾਂ ਨਹੀਂ ਹੁੰਦੀ, ਕਿਉਂਕਿ ਬਾਬਾ ਸਾਹਿਬ ਦੇ ਮਾਨ ਸਨਮਾਨ ਲਈ ਸਾਨੂੰ ਮੈਨੂੰ ਅਗਰ ਕਿਸੇ ਦੇ ਪਿੱਛੇ ਖੜਨਾ ਪਏ, ਤੇ ਇਹ ਤਾਂ ਗੱਲ ਮੈਂ ਹਰ ਇੱਕ ਜਥੇਬੰਦੀ ਨੂੰ ਕਹੀ ਹੋਈ ਹੈ ਕਿ ਮੈਂ ਤੁਹਾਡੇ ਪਿੱਛੇ ਖੜਨ ਨੂੰ ਵੀ ਤਿਆਰ ਹਾਂ। ਮੈਂ ਬਿਲਕੁਲ ਖੜਨ ਨੂੰ ਤਿਆਰ ਹਾਂ, ਐਸੀ ਕੋਈ ਗੱਲ ਨਹੀਂ। ਅਗਰ ਉਹਨਾਂ ਨੂੰ ਕੋਈ ਉਹ ਸੰਘਰਸ਼ ਕਰਦੇ ਆ ਬਾਬਾ ਸਾਹਿਬ ਦੇ, ਉਸ ਲਈ ਤਾਂ ਅਸੀਂ ਬਿਲਕੁਲ ਨਾਲ ਖੜਾਂਗੇ ਉਹਨਾਂ ਦੇ। ਇਹ ਸਨ ਜੀ ਸੁੱਖੀ ਜੀ, ਸੁਖਜਿੰਦਰ ਸਿੰਘ ਸੁੱਖੀ, ਜਿਹੜੇ ਕਿ ਦਲਿਤ ਨੇਤਾ ਨੇ ਰਾਜਪੁਰਾ ਦੇ। ਇਹ ਬੜੇ ਇਹਨਾਂ ਨੇ ਬਾਬਾ ਅੰਬੇਦਕਰ ਸਾਹਿਬ ਦੀ ਜਿਹੜੀ ਇਹ ਲੜਾਈ ਹੈ, ਇਹਨਾਂ ਦੀ 2 ਵਾਰ ਪ੍ਰਤਿਮਾ ਦੀ ਬੇਅਦਬੀ ਹੋਣ ਦੀ ਇਹਨਾਂ ਨੇ ਬੜੀ ਜਦੋਜਹਿਦ ਕੀਤੀ ਹੈ। ਕੈਮਰਾਮੈਨ ਮਨਦੀਪ ਸ਼ੰਭੂ ਦੇ ਨਾਲ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ।